सुनो मेरे मीता, संत टहल की बेला। यहाँ खाट चलो हार लाहा, आगे बसन सोहेला। औद कटै दिनस रै नारे, मन गुरमिल काज सवारे। एहो संसार विकार संशय में है, तरे हो ब्राह्मो ज्ञानी। जिसै जगावे पियावे एहो रस, आकाथ कथा ते न जानी। जाको आए सोई बिहाजो हो, हर गुर ते मन है बसेरा। निज कार महल पावो सुख सहजे, बाहुर न होए गो फेरा। अंतर जामी पुरख विधाते, सरदा मन की पूरे। नानक दास है सुख मांगे, मुख कर संतन की तूरे। अंतर जामी पुरख विधाते, सरदा मन की पूरे। नानक दास है सुख मांगे, मुख कर संतन की तूरे। सुकाओ टल गुर सेविय, अहनस सहज सुभाए। दर्शन परसिय गुरु के, जन्म मरण दुख जाए। वैश्यपतक सम्बंधी, नूर अरसों कुरसों चटिया। तुद डिठे सच्चे पातशाह, मल जन्म जन्म दी कटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। सूही महला चौथा। हरे दूजड़ी लाव, सतगुर पुरख मिलाया बलराम जियो। निरपो भै मन होए, हऊँ मैं मैल गवाया बलराम जियो। निर्बल भौ पाया हर गुण गाया, हर वेखै राम हदूरे। हर आत्म राम पसारिया स्वामी,
ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪਾਂ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠਦਿਆਂ ਹੋਇਆਂ ਗੁਰੂ ਕੀ ਬਾਣੀ ਕੀਰਤਨ ਦੇ ਰੂਪ ਦੇ ਅੰਦਰ ਸਰਵਨ ਕਰ ਰਹੇ ਸੀ। ਇਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਜੋ ਉਚਾਰਨ ਕੀਤੀ ਬਾਣੀ ਹੈ, ਜਿਸ ਨੂੰ ਆਪਾਂ ਲਾਵਾਂ ਬਾਣੀ ਦੇ ਪਾਠ ਦੇ ਨਾਲ ਯਾਦ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਵਾਂ ਕਰਕੇ ਇਹ ਬਾਣੀ ਨਹੀਂ ਲਿਖੀ ਹੈ। ਉੱਥੇ ਕੇਵਲ ਇੰਨਾ ਬਚਨ ਆਇਆ, ਸੂਹੀ ਮਹੱਲਾ ਚੌਥਾ। ਇਹ ਬਚਨ ਲਿਖ ਕੇ ਮਹਾਰਾਜ ਨੇ 4 ਪੌੜੀਆਂ ਲਿਖੀਆਂ। ਇੱਕ ਲਾਮ ਦੀ ਇੱਕ ਪੌੜੀ ਹੈ। ਪਿਛਲੇ ਦੀਵਾਨ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਸਨ। ਕਿਸੇ ਗਰੀਬ ਸਿੱਖ ਨੇ ਆ ਕੇ ਆਖਿਆ ਸੀ, ਮਹਾਰਾਜ ਮੈਂ ਆਪਣੀ ਪੁੱਤਰੀ ਦਾ, ਧੀ ਦਾ ਵਿਆਹ ਕਰਨਾ ਚਾਹੁੰਦਾ ਹਾਂ, ਪਰ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਉਹਦੀ ਦਛਨਾ ਜਿਹੜੀ ਹੈ ਉਹ ਦੇ ਸਕਾਂ। ਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਸੁਣ ਕੇ ਆਖਿਆ, ਕੋਈ ਗੱਲ ਨਹੀਂ, ਅਸੀਂ ਬਾਣੀ ਐਸੀ ਉਚਾਰਦੇ ਹਾਂ, ਇਸ ਜੀਵ ਦਾ ਪਰਮਾਤਮਾ ਨਾਲ ਮੇਲ ਹੋਵੇਗਾ, ਪਤਨੀ ਦਾ ਪਤੀ ਨਾਲ ਮੇਲ ਹੋਵੇਗਾ। ਫਿਰ ਮਹਾਰਾਜ ਨੇ ਬਾਣੀ ਉਚਾਰੀ ਗੁਰੂ ਰਾਮਦਾਸ ਜੀਆਂ ਨੇ। ਆਪਾਂ ਪਹਿਲੀ ਲਾਮ ਦੀ ਕਥਾ ਪਿੱਛੇ ਸਰਵਣ ਕਰ ਚੁੱਕੇ ਹਾਂ। ਅੱਜ ਦੂਜੀ ਲਾਮ ਦੀ ਜਿਹੜੀ ਕਥਾ ਹੈ, ਲਾਵਾਂ ਦੀ ਕਥਾ ਵਿੱਚੋਂ ਦੂਜੀ ਲਾਮ ਜਿਹੜੀ ਹੈ, ਉਹਦੀ ਕਥਾ ਆਪਾਂ ਅੱਜ ਸਰਵਣ ਕਰਨ ਜਾ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ। ਜੋ ਰਾਮ ਬਲ ਕਹੀਏ ਬਲਿਹਾਰ ਜਾਣੇ ਯੋਗ ਹੈ, ਜੋ ਪਰਮਾਤਮਾ ਸਦਕੇ ਜਾਣੇ ਯੋਗ ਹੈ। ਜਿਸ ਕੁਰਬਾਨ ਪਰਮਾਤਮਾ ਤੋਂ ਸਦਕੇ ਜਾਈਏ, ਕੁਰਬਾਨ ਜਾਈਏ, ਬਲਿਹਾਰ ਜਾਈਏ, ਐਸਾ ਜੋ ਪਰਮਾਤਮਾ ਹੈ, ਸਤਿਗੁਰੂ ਕਹਿਣ ਲੱਗੇ ਉਹਦੀ ਪ੍ਰਾਪਤੀ ਦੀ ਜਿਹੜੀ ਦੂਜੀ ਲਾਭ ਹੈ, ਲਾਭ ਤੋਂ ਭਾਵ ਹੁੰਦਾ ਗੁਰਮੁਖੋ ਪਰਿਕਰਮਾ, ਜਾਂ ਆਪਾਂ ਕਹਿ ਲਈਏ ਸਿੱਖਿਆ। ਉਸ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਦੂਜੀ ਸਿੱਖਿਆ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਦੂਜੀ ਪਰਿਕਰਮਾ ਹੈ, ਉਹ ਪਰਿਕਰਮਾ ਇਹ ਹੈ ਸ਼ੁਭ ਵਿਚਾਰ। ਪਿੱਛੇ ਆਪਾਂ ਪਹਿਲੀ ਲਾਮ ਦੇ ਵਿੱਚ ਬਚਨ ਸਰਵਣ ਕੀਤਾ ਸੀ ਸ਼ੁਭ ਇੱਛਾ। ਇੱਥੇ ਦੂਜੀ ਲਾਮ ਦਾ ਭਾਵ ਹੈ ਸ਼ੁਭ ਵਿਚਾਰ ਹੋਣਾ। ਇਹ ਦੂਜੀ ਲਾਮ ਦਾ ਭਾਵ ਹੈ। ਸ਼ੁਭ ਵਿਚਾਰ ਕੀ ਹੈ? ਦੂਜੀ ਕਹੀ ਸੋ ਵਿਚਾਰ ਨ ਉਪਜਿਓ ਤਤ ਗਿਆਨ। ਸ਼ੁਭ ਵਿਚਾਰ ਇਹ ਹੈ ਤਤ ਗਿਆਨ ਦੀ ਪ੍ਰਾਪਤੀ ਹੋਣੀ, ਸਿਧਾਂਤ ਜਿਹਦੇ ਤੋਂ ਪ੍ਰਾਪਤ ਹੋਵੇ, ਜਿਹਦੇ ਤੋਂ ਸ਼ੁਭ ਸਿੱਖਿਆ ਮਿਲੇ। ਤੇ ਉਹ ਸ਼ੁਭ ਸਿੱਖਿਆ ਕੀ ਹੈ? ਏਕੰਤ ਹੋਏ ਸੋਧਣ ਲਾਗਿਓ ਕੋ ਹੰਗ ਕੋ ਸੰਸਾਰ। ਸ਼ੁਭ ਵਿਚਾਰ ਇਹ ਹੈ ਇਕਾਂਤ ਵਿੱਚ ਬੈਠ ਗਿਆ, ਇਕੱਲਾ ਬੈਠ ਗਿਆ, ਕੋਲ ਕੋਈ ਨਹੀਂ ਹੈ, ਨੇੜੇ ਕੋਈ ਨਹੀਂ ਹੈ, ਇਕੱਲਾ ਬੈਠ ਕੇ ਸੋਚਦਾ ਕੋ ਹੰਗ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ,
ਮੈਂ ਕਿਵੇਂ ਬਣਿਆ ਹਾਂ। ਕੀ ਮੈਂ ਸਰੀਰ ਹਾਂ? ਨਹੀਂ, ਸਰੀਰ ਤੇ ਨਾਸਵੰਤ ਹੈ, ਇਹ ਤੇ ਇਸ ਜਨਮ ਦੇ ਵਿੱਚ ਮਿਲਿਆ ਹੈ। ਪਰ ਮੈਂ ਕੌਣ ਹਾਂ? ਆਪਣੇ ਆਪ ਦੀ ਵਿਚਾਰ ਕਰਨੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਇਹ ਵਿਚਾਰ ਕਰਨੀ। ਕੋ ਹੰ, ਮੈਂ ਕੌਣ ਹਾਂ। ਤੇ ਦੂਜਾ ਬਚਨ ਕੋ ਸੰਸਾਰ, ਇਹ ਸੰਸਾਰ ਕੀ ਹੈ। ਇਕੱਲੇ ਬੈਠ ਕੇ ਇਹਦੀ ਵਿਚਾਰ ਕਰਨੀ, ਜਿੱਥੇ ਕੋਈ ਆਉਂਦਾ ਜਾਂਦਾ, ਕੋਈ ਸ਼ੋਰ ਸ਼ਰਾਬਾ ਨਹੀਂ ਹੈ। ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਇਹਨੂੰ ਕਹਿੰਦੇ ਸ਼ੁਭ ਵਿਚਾਰ। ਇਹਦੇ ਉੱਪਰ ਵਿਚਾਰ ਕਰਨੇ। ਤੇ ਮਹਾਰਾਜ ਜੀਆਂ ਨੇ ਕਿਹਾ, ਕਹਿਣ ਲੱਗੇ ਵਿਚਾਰ ਕੇ ਇਹ ਨਿਸ਼ਚੈ ਕੀਤਾ ਕਿ ਮੈਂ ਕੁਝ ਵੀ ਨਹੀਂ ਹਾਂ। ਜਦੋਂ ਇਹ ਸੋਚ ਆਈ ਨਾ ਮੈਂ ਕੀ ਹਾਂ, ਫਿਰ ਇਹ ਸੋਚਿਆ ਵੀ ਮੈਂ ਤੇ ਕੁਝ ਵੀ ਨਹੀਂ ਹਾਂ। ਮੈਂ ਕਿਵੇਂ ਬਣਿਆ ਹਾਂ, ਮੇਰਾ ਸਰੀਰ ਕਿਵੇਂ ਬਣਿਆ ਹੈ। ਮਹਾਰਾਜ ਕਹਿਣ ਲੱਗੇ ਪਾਣੀ ਮੈਲਾ ਮਾਟੀ ਗੋਰੀ। ਮੈਲੇ ਪਾਣੀ ਤੋਂ, ਬਿੰਦ ਤੋਂ, ਬੀਰਜ ਤੋਂ, ਮਾਤਾ ਦੀ ਰਕਤ ਤੋਂ, ਦੋਨਾਂ ਦਾ ਜਦੋਂ ਸੁਮੇਲ ਹੋਇਆ, ਉਹਨਾਂ ਦੋਨਾਂ ਦੇ ਸੁਮੇਲ ਤੋਂ ਇਸ ਮਾਟੀ ਕੀ ਪੁੱਤਰੀ ਜੋਰੀ, ਪਰਮਾਤਮਾ ਨੇ ਪੰਜਾਂ ਤੱਤਾਂ ਦਾ ਸਰੀਰ ਬਣਾਇਆ। ਇਹ ਸ਼ੁਭ ਵਿਚਾਰ ਪੈਦਾ ਹੋਇਆ ਵੀ ਮੈਂ ਕੀ ਹਾਂ। ਤੇ ਫਿਰ ਇਹ ਬਚਨ ਆਇਆ, ਮੈਂ ਬਣਿਆ ਕਿਵੇਂ ਹਾਂ। ਬਣਿਆ ਹੈ ਤੂੰ ਇੱਕ ਮੈਲੇ ਪਾਣੀ ਦੀ ਬੂੰਦ ਤੋਂ ਬਣਿਆ ਹੈ, ਬਿੰਦ ਤੋਂ ਬਣਿਆ ਹੈ। ਤੇਰਾ ਵਜੂਦ ਇੱਕ ਮੈਲੇ ਪਾਣੀ ਦੀ ਬੂੰਦ ਹੈ। ਤੂੰ ਬਣਿਆ ਹੈ ਮਾਤਾ ਦੀ ਰਕਤ ਦੇ ਬੂੰਦ ਤੋਂ, ਖੂਨ ਤੋਂ ਤੂੰ ਬਣਿਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਪੰਜਾਂ ਤੱਤਾਂ ਦਾ ਸਰੀਰ ਬਣਾਇਆ। ਜਦੋਂ ਕਿਤੇ ਇਕੱਲਾ ਬੈਠਿਆ, ਉਦੋਂ ਇਹ ਸੋਚਿਆ ਮੈਂ ਕੌਣ ਹਾਂ, ਮੈਂ ਬਣਿਆ ਕਿਵੇਂ ਹਾਂ। ਫਿਰ ਪਤਾ ਲੱਗਾ ਮੈਂ ਨਹੀਂ ਕੁਝ ਵੀ, ਮੈਂ ਤੇ ਗੰਦੇ ਪਾਣੀ ਤੇ ਖੂਨ ਦੀ ਬੂੰਦ ਤੋਂ ਬਣਿਆ। ਕਿਤੇ ਖੂਨ ਡੁੱਲਾ ਹੋਵੇ ਤੇ ਅਸੀਂ ਗਲਾਨ ਕਰਦੇ ਹਾਂ, ਨੱਕ ਬੁੱਲ ਵੱਟਦੇ ਹਾਂ, ਦੂਰ ਰਹਿੰਦੇ ਹਾਂ, ਇੱਥੋਂ ਬਦਬੂ ਆਉਂਦੀ ਹੈ। ਪਰ ਬਣਿਆ ਤੇ ਤੂੰ ਵੀ ਖੂਨ ਦੀ ਬੂੰਦ ਤੋਂ ਹੀ ਹੈ। ਕਿਤੇ ਪਾਣੀ ਗੰਦਾ ਡੁੱਲਿਆ ਉਹ ਤੋਂ ਗਿਲਾਨ ਕਰਦਾ, ਪਰ ਬਣਿਆ ਤੇ ਤੂੰ ਵੀ ਮੈਲੇ ਪਾਣੀ ਦੀ ਬੂੰਦ ਤੋਂ ਹੈ। ਇਹ ਵਿਚਾਰ ਕੀਤੀ, ਇਹਨੂੰ ਕਹਿੰਦੇ ਸ਼ੁਭ ਵਿਚਾਰ। ਮਹਾਰਾਜ ਕਹਿਣ ਲੱਗੇ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪ੍ਰਾਨ। ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਰਕਤ ਤੇ ਬਿੰਦ ਤੋਂ ਬਣਿਆ, ਦੁਨੀਆ ਵਿੱਚ ਵਿਚਰਦਾ ਪਿਆ। ਪਰ ਬੰਦਿਆ ਇੱਕ ਦਿਨ ਸਮਾਂ ਆਉਣਾ ਹੈ ਜਦੋਂ ਇਹ ਤੇਰਾ ਸਰੀਰ ਅੱਗ ਦੇ ਕੋਲ ਪਹੁੰਚ ਜਾਣਾ ਹੈ। ਅਗਨੀ ਪਾਸ ਪ੍ਰਾਨ, ਤੈਨੂੰ ਅੱਗ ਦੇ ਕੋਲ ਪਹੁੰਚਣਾ ਪੈਣਾ, ਸ਼ਮਸ਼ਾਨ ਦੀਆਂ ਲੱਕੜਾਂ ਵਿੱਚ ਸੜਨਾ ਪੈਣਾ ਹੈ। ਪਰ ਤੂੰ ਮਾਨ ਰੱਖਿਆ ਹੋਇਆ ਵੀ ਮੇਰੇ ਵਰਗਾ ਕੋਈ ਨਹੀਂ ਹੈ। ਇਹਨੂੰ ਕਹਿੰਦੇ ਸ਼ੁਭ ਵਿਚਾਰ। ਜਦੋਂ ਕਿਤੇ ਮਾੜਾ ਕੰਮ ਕਰਨ ਨੂੰ ਮਨ ਕਰੇ ਨਾ, ਉਦੋਂ ਇਹ ਬਚਨ ਸਮਝ ਲਿਆ ਕਰ ਵੀ ਮੇਰਾ ਇਹ ਸਰੀਰ ਇੱਕ ਦਿਨ ਅੱਗ ਦੇ ਹਵਾਲੇ ਹੋਣਾ ਹੈ। ਜਦੋਂ ਇਹ ਸਮਝ ਲਵੇਂਗਾ, ਮਾੜਾ ਵਿਚਾਰ ਨਿਕਲ ਜਾਏਗਾ, ਪਰੇ ਹੋ ਜਾਏਗਾ। ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਨੇ ਰਕਤ ਤੋਂ, ਬਿੰਦ ਤੋਂ, ਮਾਤਾ ਦੀ ਜਠਰਾ ਅਗਨੀ ਦੇ ਵਿੱਚ, ਗਰਭ ਦੇ ਵਿੱਚ ਤੈਨੂੰ ਨਿੰਮਿਆ ਕਹੀਏ ਬਣਾਇਆ। ਅਗਨ ਉਦਰ ਮਝਾਰ, ਜਿੱਥੇ ਜਠਰਾ ਅਗਨੀ ਬਲਦੀ ਹੈ, ਉਸ ਜਠਰਾ ਅਗਨੀ ਦੇ ਸੇਕ ਤੋਂ ਤੂੰ ਬਣਿਆ ਹੈ। ਬਚਨ ਇਹ ਸ਼ੁਰੂ ਹੋਇਆ ਕਿ ਮੈਂ ਕੀ ਹਾਂ, ਤੂੰ ਇਹ ਹੈ। ਪਾਣੀ ਤੇ ਲੱਤ ਤੋਂ, ਅੱਗ ਦੇ ਸੇਕ ਦੇ ਨਾਲ, ਜਠਰਾ ਅਗਨੀ ਦੇ ਨਾਲ ਤੇਰਾ ਸਰੀਰ ਬਣਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉੱਥੇ ਕੀ ਹੋਇਆ। ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਝਾਰ, ਉਰਦ ਮੁਖ। ਮਾਤਾ ਦੇ ਗਰਭ ਦੇ ਅੰਦਰ ਤੇਰਾ ਮੁਖ ਥੱਲੇ ਨੂੰ ਹੈ, ਮੂੰਹ ਤੇਰਾ ਥੱਲੇ ਨੂੰ ਹੈ, ਲੱਤਾਂ ਉੱਪਰ ਨੇ। ਉਰਦ ਮੁਖ ਕੁਚੀਲ ਬਿਕੁਲ। ਕੁਚੀਲ ਕਹੀਏ ਗੰਦੀ ਥਾਂ, ਖੋਟੀ ਥਾਂ, ਜਿੱਥੇ ਮਲ ਮੂਤਰ ਕੋਲ ਦੀ ਲੰਘਦਾ ਹੈ, ਉਸ ਜਗ੍ਹਾ ਤੇ ਤੇਰਾ ਸਰੀਰ ਬਣਿਆ ਹੈ। ਤੇ ਬਿਕਲ ਤੋਂ ਭਾਵ ਬੜਾ ਡਰਾਉਣੀ ਜਗ੍ਹਾ ਹੈ, ਬੜਾ ਘੁੱਪ ਹਨੇਰਾ ਹੈ, ਬੜਾ ਡਰ ਆਉਂਦਾ ਹੈ।
ਨਰਕ ਘੋਰ ਗੁਬਾਰ, ਮੰਨ ਲਓ ਵੀ ਤੈਨੂੰ ਨਰਕਾਂ ਦੇ ਦਰਵਾਜ਼ੇ ਤੋਂ ਪ੍ਰਮਾਤਮਾ ਨੇ ਕੱਢ ਕੇ ਲਿਆਂਦਾ ਦੁਨੀਆ ਦੇ ਵਿੱਚ। ਇਹ ਤੇਰਾ ਵਜੂਦ ਹੈ। ਅੱਜ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਮੇਰੇ ਵਰਗਾ ਕੋਈ ਨਹੀਂ ਹੈ, ਮੇਰੇ ਵਰਗਾ ਸੋਹਣਾ ਕੋਈ ਨਹੀਂ ਹੈ, ਮੇਰੇ ਵਰਗੇ ਬਸਤਰ ਨਹੀਂ ਕਿਸੇ ਕੋਲ, ਮੇਰੇ ਵਰਗਾ ਖਾਣਾ ਪੀਣਾ ਨਹੀਂ ਹੈ ਕਿਸੇ ਕੋਲ। ਪਰ ਜਦੋਂ ਸਰੀਰ ਬਣਿਆ ਹੈ ਨਾ, ਵੱਡੇ ਮਹਾਰਾਜੇ ਦਾ ਸਰੀਰ ਵੀ ਉੱਥੇ ਹੀ ਬਣਿਆ, ਮੰਗ ਕੇ ਖਾਣ ਵਾਲੇ ਮੰਗਤੇ ਦਾ ਸਰੀਰ ਵੀ ਉੱਥੇ ਬਣਿਆ। ਸਰੀਰ ਦੀ ਬਣਨ ਦੀ ਪ੍ਰਕਿਰਿਆ ਸਾਰਿਆਂ ਦੀ ਇੱਕੋ ਦੀ ਹੈ। ਰਾਜਾ ਵੀ ਉੱਥੋਂ ਸਰੀਰ ਲੈ ਕੇ ਆਇਆ ਜਿੱਥੇ ਦੁਨੀਆ ਦਾ ਸਰੀਰ ਬਣਦਾ ਹੈ। ਉਹਨੂੰ ਵੀ ਉਹ ਘੋਰ ਨਰਕ ਵਿੱਚੋਂ ਲੰਘਣਾ ਪਿਆ, ਮਲ ਮੂਤਰ ਦੀ ਜਗ੍ਹਾ ਦੇ ਕੋਲੋਂ ਉਹਨੂੰ ਵੀ ਨਿਕਲਣਾ ਪਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਹੈ ਸ਼ੁਭ ਵਿਚਾਰਨਾ। ਜਦੋਂ ਕਿਤੇ ਮਾਣ ਆਵੇ ਨਾ ਵੀ ਮੇਰੇ ਵਰਗਾ ਕੋਈ ਨਹੀਂ, ਉਦੋਂ ਇਹ ਸ਼ੁਭ ਵਿਚਾਰ ਬਣਾ ਲੈਣੀ ਕਿ ਜਿਹੜਾ ਮੈਂ ਮਾਣ ਕੀਤਾ ਹੋਇਆ ਅਸਲ ਵਿੱਚ ਮੈਂ ਹਾਂ ਕੁਝ ਨਹੀਂ ਹਾਂ, ਮੇਰੇ ਵਿੱਚ ਹੈ ਕੁਝ ਨਹੀਂ ਹੈ, ਮੈਂ ਤੇ ਕੇਵਲ ਹੰਕਾਰ ਚੁੱਕਿਆ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ। ਪਰਮਾਤਮਾ ਨੇ ਖੂਨ ਤੇ ਬਿੰਦ ਤੋਂ ਤੈਨੂੰ ਬਣਾਇਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਤੇਰਾ ਇਹ ਜਿਹੜਾ ਸਰੀਰ ਅੱਜ ਬੜਾ ਸੋਹਣਾ ਦਿਸਦਾ ਨਾ, ਇਹ ਪਹਿਲਾਂ ਸੋਹਣਾ ਨਹੀਂ ਸੀ। ਪਰਮਾਤਮਾ ਨੇ ਇਹਦੇ ਵਿੱਚ ਹੱਡੀਆਂ ਪਾਈਆਂ, ਫਿਰ ਉਹਨੇ ਮਾਸ ਪਾਇਆ, ਫਿਰ ਉਹਨੇ ਇਹਦੇ ਉੱਪਰ ਚਮੜੇ ਦਾ ਪੋਚਾ ਫੇਰਿਆ, ਨੈਣ ਨਕਸ਼ ਬਣਾਏ, ਬੜਾ ਸੋਹਣਾ ਬਣਾ ਕੇ ਤੈਨੂੰ ਦੁਨੀਆ ਤੇ ਲਿਆਂਦਾ। ਰਕਤ ਬਿੰਦ ਕਰ ਨਿਮਿਆ, ਖੂਨ ਅਤੇ ਪਾਣੀ ਤੋਂ ਬਣਾ ਕੇ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਤੇਰੇ ਇਸ ਕਲਬੂਤ ਨੂੰ ਬੜਾ ਸੋਹਣਾ ਬਣਾ ਕੇ, ਹੱਡੀਆਂ ਮਾਸ ਵਾਲ ਦੇ ਕੇ, ਕੇਸ ਦੇ ਕੇ, ਉੱਪਰ ਚਮੜੇ ਦਾ ਪੋਚਾ ਫੇਰ ਕੇ, ਬੜਾ ਸੋਹਣਾ ਬਣਾ ਕੇ ਤੈਨੂੰ ਦੁਨੀਆ ਤੇ ਲੈ ਕੇ ਆਇਆ। ਨੈਣ ਨਕਸ਼ ਬਣਾਏ, ਗਰਭ ਕੁੰਡ ਵਿੱਚ ਰੱਖਿਆ, ਮਾਤਾ ਦੇ ਗਰਭ ਦੇ ਵਿੱਚ ਤੈਨੂੰ ਰੱਖਿਆ ਗਿਆ ਪਕਾਉਣ ਵਾਸਤੇ। ਤੇਰੇ ਸਰੀਰ ਨੂੰ ਜਿਉ ਪਾਏ ਤਨ ਸਾਜ ਸੁਹਾਇਆ, ਫਿਰ ਤੇਰੇ ਸਰੀਰ ਦੇ ਵਿੱਚ ਆਤਮਾ ਨੂੰ ਪਾਇਆ। ਵਿਦਵਾਨ ਕਹਿੰਦੇ ਨੇ ਜਦੋਂ 6 ਮਹੀਨੇ ਦਾ ਸਰੀਰ ਬਣ ਜਾਂਦਾ ਹੈ ਤੇ ਮਗਰਲੇ 3 ਮਹੀਨੇ ਜਿਹੜੇ ਰਹਿ ਜਾਂਦੇ, ਉਦੋਂ ਜਾ ਕੇ ਇਹਦੇ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ। ਫਿਰ ਉਹਨੇ ਤੇਰੇ ਵਿੱਚ ਆਤਮਾ ਨੂੰ ਪ੍ਰਵੇਸ਼ ਕੀਤਾ ਤੇਰੇ ਸਰੀਰ ਨੂੰ ਬਣਾਉਣ ਤੋਂ ਬਾਅਦ ਵਿੱਚ। ਮੋਹ ਅੱਖੀਂ ਦੇ ਨੱਕ ਕੰਨ, ਖਾਣ ਵਾਸਤੇ ਪ੍ਰਮਾਤਮਾ ਨੇ ਮੂੰਹ ਲਾਇਆ, ਵੇਖਣ ਵਾਸਤੇ ਪ੍ਰਮਾਤਮਾ ਨੇ ਅੱਖਾਂ ਲਾਈਆਂ, ਸਾਹ ਲੈਣ ਵਾਸਤੇ ਨੱਕ ਲਾਇਆ ਤੇ ਬਚਨ ਸੁਣਨ ਵਾਸਤੇ ਕੰਨ ਲਾਏ। ਮਹਾਰਾਜ ਕਹਿਣ ਲੱਗੇ ਮੋਹ ਅੱਖੀਂ ਦੇ ਨੱਕ ਕੰਨ, ਹੱਥ ਪੈਰ ਦੰਦ ਵਾਲ ਗਨਾਇਆ, ਚੱਲਣ ਵਾਸਤੇ ਪੈਰ ਦਿੱਤੇ, ਛਕਣ ਛਕਾਉਣ ਵਾਸਤੇ ਹੱਥ ਦਿੱਤੇ, ਸਿਰ ਦੇ ਉੱਪਰ ਸੋਹਣੇ ਸਰੀਰ ਦੇ ਉੱਪਰ ਵਾਲ ਦਿੱਤੇ। ਪ੍ਰਮਾਤਮਾ ਨੇ ਤੇਰੇ ਤੇ ਰਹਿਮਤ ਕੀਤੀ ਹੈ। ਦਿਸ਼ਟ ਸ਼ਬਦਗਤ ਸੁਰਤ ਲਿਵ, ਰਾਗ ਰੰਗ ਰਸ ਪਰਮ ਲੁਭਾਇਆ, ਉੱਤਮ ਕੁਲ ਉੱਤਮ ਜਨਮ, ਰੋਮ ਰੋਮ ਗਨ ਅੰਗ ਬਣਾਇਆ। ਪਰਮਾਤਮਾ ਨੇ ਸਰੀਰ ਤੇ ਤੇਰਾ ਬੜਾ ਸੋਹਣਾ ਬਣਾਇਆ ਸੀ। ਉੱਤਮ ਕੁਲ ਮਨੁੱਖਾ ਜਨਮ ਦੇ ਵਿੱਚ ਤੈਨੂੰ ਪੈਦਾ ਕੀਤਾ ਹੈ। ਪਲ ਬਾਲ ਬੁੱਧ ਮੋਹ ਦੁੱਧ ਦੇ, ਕਰ ਮਲ ਮੂਤਰ ਸੁਰਤ ਵਿੱਚ ਆਇਆ। ਜਦੋਂ ਛੋਟਾ ਸੀ ਨਾ, ਮਾਤਾ ਦੇ ਦੁੱਧ ਦੇ ਆਸਰੇ ਜਿਉਂਦਾ, ਮਾਂ ਦੀ ਝੋਲੀ ਵਿੱਚ ਹੀ ਬਾਥਰੂਮ ਕਰ ਦਿੰਦਾ, ਮਲ ਮੂਤਰ ਕਰ ਦਿੰਦਾ। ਫਿਰ ਹੌਲੀ ਹੌਲੀ ਸੁਰਤ ਵਿੱਚ ਆਇਆ, ਜਵਾਨ ਹੋ ਗਿਆ, ਸੋਹਣਾ ਲੱਗਣ ਲੱਗ ਪਿਆ। ਹੁਣ ਆਖਦਾ ਵੀ ਦੁਨੀਆ ਵਿੱਚ ਮੇਰੇ ਵਰਗਾ ਕੋਈ ਨਹੀਂ ਹੈ। ਹੋਏ ਸਿਆਣਾ ਸਮਝਿਆ ਕਰਤਾ, ਛੱਡ ਕੀਤੇ ਲਪਟਾਇਆ। ਹੁਣ ਸਿਆਣਾ ਹੋ ਗਿਆ। ਆਪਾਂ ਆਖਦੇ ਨਾ ਸਾਡਾ ਪੁੱਤਰ ਹੁਣ ਸਿਆਣਾ ਹੋ ਗਿਆ। ਉਹ ਇੰਨਾ ਸਿਆਣਾ ਹੋ ਗਿਆ, ਜਿਹਨੇ ਪ੍ਰਮਾਤਮਾ ਨੇ ਬਣਾਇਆ ਉਹਨੂੰ ਛੱਡ ਬੈਠਾ, ਜੋ ਉਹਨੇ ਬਣਾਇਆ ਹੈ ਉਹਦੇ ਵਿੱਚ ਲੰਪਟ ਹੋ ਗਿਆ। ਬਣਾਇਆ ਪ੍ਰਮਾਤਮਾ ਨੇ, ਪ੍ਰਮਾਤਮਾ ਨੂੰ ਭੁੱਲ ਗਿਆ, ਪਰ ਜਿਹੜੀ ਦੁਨੀਆ ਪ੍ਰਮਾਤਮਾ ਨੇ ਬਣਾਈ ਉਹਦੇ ਵਿੱਚ ਉਹ ਲੰਪਟ ਹੋ ਗਿਆ, ਉਹਦੇ ਵਿੱਚ ਖਚਤ ਹੋ ਗਿਆ, ਦੁਨੀਆ ਚੰਗੀ ਲੱਗਣ ਲੱਗ ਪਈ। ਗੁਰ ਪੂਰੇ ਬਿਨ ਮੋਹਿਆ ਮਾਇਆ, ਪੂਰੇ ਗੁਰੂ ਤੋਂ ਬਿਨਾ ਇਹ ਮਾਇਆ ਮੋਹ ਲੈਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਜੋ ਬਲਿਹਾਰ ਜਾਣੇ ਯੋਗ ਪਰਮਾਤਮਾ ਹੈ,
ਉਹਦੀ ਦੂਜੜੀ ਲਾਭ ਕੀ ਹੈ? ਜਿਹੜੀ ਸ਼ੁਭ ਇੱਛਾ ਹੋਣੀ। ਸ਼ੁਭ ਇੱਛਾ ਇਹ ਹੈ ਕਿ ਮੈਂ ਕੌਣ ਹਾਂ, ਮੈਂ ਆਪਣੇ ਆਪ ਦਾ ਪਤਾ ਕਰਾਂ। ਆਪਣੇ ਆਪ ਦਾ ਪਤਾ ਜਦੋਂ ਕੀਤਾ ਉਦੋਂ ਇਹ ਪਤਾ ਲੱਗਾ ਵੀ ਮੈਂ ਮੈਲੇ ਪਾਣੀ ਤੋਂ ਬਣਿਆ ਹਾਂ, ਮੈਂ ਖੂਨ ਤੋਂ ਬਣਿਆ ਹਾਂ, ਮੈਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲੜਕਦਾ ਰਿਹਾ ਹਾਂ, ਮੈਂ ਮਲ ਮੂਤਰ ਝੋਲੀ ਵਿੱਚ ਬੈਠਾ ਗੋਦੀ ਵਿੱਚ ਹੀ ਕਰਦਾ ਰਿਹਾ। ਫਿਰ ਜਾ ਕੇ ਸਮਝ ਪਈ ਵੀ ਮੇਰਾ ਵਜੂਦ ਇਹ ਹੈ, ਪਰ ਮੈਂ ਕੁਝ ਹੋਰ ਸਮਝਿਆ ਹੈ। ਦੂਜਾ ਬਚਨ ਕੋ ਹੰਗ, ਮੈਂ ਕੌਣ ਹਾਂ, ਤੇ ਦੂਜਾ ਬਚਨ ਸੀ ਕੋ ਸੰਸਾਰ, ਦੁਨੀਆ ਕੀ ਹੈ, ਸੰਸਾਰ ਕੀ ਹੈ। ਤੇ ਮਹਾਰਾਜ ਕਹਿਣ ਲੱਗੇ ਇਹੋ ਜਗ ਧੂਏ ਕਾ ਪਹਾੜ। ਇਹ ਜਿਹੜਾ ਸੰਸਾਰ ਹੈ ਨਾ, ਇਹ ਧੂਏ ਦਾ ਪਹਾੜ ਹੈ। ਮੰਨ ਲਓ ਧੂਆਂ ਇਕੱਠਾ ਕਰਕੇ ਆਕਾਸ਼ ਨੂੰ ਚੜ੍ਹ ਜਾਵੇ ਨਾ, ਇਸ ਤਰ੍ਹਾਂ ਲੱਗਦਾ ਪਹਾੜ ਬਣ ਗਿਆ, ਇਹ ਹੁਣ ਰਵੇਗਾ ਨਹੀਂ। ਹਵਾ ਦਾ ਬੁੱਲਾ ਆਇਆ, ਉਹ ਪਤਾ ਨਹੀਂ ਧੂਆਂ ਕਿੱਧਰ ਨੂੰ ਉੱਡ ਗਿਆ। ਇਸੇ ਤਰ੍ਹਾਂ ਇਹ ਸੰਸਾਰ ਵੇਖਣ ਨੂੰ ਸੱਚਾ ਲੱਗਦਾ ਹੈ, ਪਰ ਜਦੋਂ ਇਹ ਪਦਾਰਥਾਂ ਦੇ ਬੁੱਲੇ ਆਉਂਦੇ ਨਾ, ਸੰਸਾਰ ਉੱਡ ਜਾਂਦਾ, ਰਿਸ਼ਤੇਦਾਰੀਆਂ ਉੱਡ ਜਾਂਦੀਆਂ, ਭੈਣਾਂ ਭਰਾ ਕੋਈ ਦੂਰ ਹੋ ਗਏ, ਕੋਈ ਨੇੜੇ ਹੋ ਗਏ, ਕੋਈ ਛੱਡ ਗਏ, ਕੋਈ ਨਾਲ ਜੁੜ ਗਏ। ਜਿਵੇਂ ਹਵਾ ਦੇ ਬੁੱਲੇ ਦੇ ਨਾਲ ਧੂਆਂ ਇੱਧਰ ਉੱਧਰ ਹਿਲਦਾ ਜੁਲਦਾ ਹੈ, ਇਹ ਪਦਾਰਥ ਆਉਣ ਦੇ ਨਾਲ ਰਿਸ਼ਤੇਦਾਰ ਕੋਈ ਬਣ ਜਾਂਦਾ, ਕੋਈ ਟੁੱਟ ਜਾਂਦਾ ਹੈ। ਇਹ ਸੰਸਾਰ ਐਸਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਇਹੋ ਜਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਕਿਹੇ ਵਿਚਾਰ। ਦੁਨੀਆ ਤੇ ਧੂਏ ਦਾ ਪਹਾੜ ਸੀ, ਤੂੰ ਸੱਚਾ ਕਿਵੇਂ ਮੰਨ ਲਿਆ? ਇਹੋ ਜੀ ਕਿਹੜੀ ਵਿਚਾਰ ਹੈ, ਇਹੋ ਜਿਹਾ ਕਿਹੜਾ ਤੈਨੂੰ ਗਿਆਨ ਪ੍ਰਾਪਤ ਹੋ ਗਿਆ ਕਿ ਦੁਨੀਆ ਨੂੰ ਸੱਚਾ ਮੰਨ ਕੇ ਬੈਠ ਗਿਆ ਹੈ। ਧਨ ਦਾਰਾ ਸੰਪਤ ਗ੍ਰੇਹ। ਬੰਦਾ ਆਖਦਾ ਪ੍ਰਮਾਤਮਾ ਇਹ ਜਿਹੜਾ ਧਨ ਮੈਂ ਕਮਾਇਆ ਇਹ ਮੇਰਾ ਹੈ, ਇਹਦੇ ਉੱਪਰ ਕਿਸੇ ਦਾ ਹੱਕ ਨਹੀਂ ਹੈ। ਮੇਰੇ ਬਟੂਏ ਨੂੰ ਪੁੱਤਰ ਧੀਆਂ ਪੋਤਰੇ ਪੜੋਤਰੇ ਵੀ ਹੱਥ ਨਹੀਂ ਲਾ ਸਕਦੇ, ਇਹ ਮਾਇਆ ਮੇਰੀ ਹੈ। ਸਤਿਗੁਰੂ ਕਹਿਣ ਲੱਗੇ ਬਚਨ ਇਹ ਸੀ ਵੀ ਸੰਸਾਰ ਕੀ ਹੈ? ਕਹਿਣ ਲੱਗਾ ਸੰਸਾਰ ਇਹ ਹੈ ਵੀ ਧਨ ਮੇਰਾ ਹੈ। ਦੂਜਾ ਬਚਨ ਦਾਰਾ ਨਾਮ ਇਸਤਰੀ ਦਾ, ਇਹ ਘਰ ਵਾਲੀ ਮੇਰੀ ਹੈ। ਤੇ ਤੀਜਾ ਬਚਨ ਮਹਾਰਾਜ ਨੇ ਲਿਖਿਆ ਸੰਪਤ। ਸੰਪਤ ਤੋਂ ਭਾਵ ਹੁੰਦਾ ਮੱਝਾਂ ਗਾਵਾਂ ਹਾਥੀ ਘੋੜੇ ਸੋਨਾ ਚਾਂਦੀ, ਇਹ ਸਾਰਾ ਕੁਝ ਮੇਰਾ ਹੀ ਹੈ, ਇਹਦੇ ਉੱਪਰ ਕਿਸੇ ਦਾ ਹੱਕ ਨਹੀਂ ਹੈ। ਤੇ ਚੌਥਾ ਬਚਨ ਮਹਾਰਾਜ ਨੇ ਵਰਤਿਆ ਗ੍ਰੇਹ। ਗ੍ਰੇਹ ਨਾਮ ਘਰ ਦਾ, ਇਹ ਸਾਰਾ ਘਰ ਹੀ ਮੇਰਾ ਹੈ, ਮੈਂ ਜਿਹਨੂੰ ਚਾਹਾਂ ਰਹਿਣ ਦੇਵਾਂ, ਜਿਹਨੂੰ ਚਾਹਾਂ ਘਰ ਵਿੱਚੋਂ ਕੱਢ ਦਿਆਂ। ਸਤਿਗੁਰੂ ਕਹਿਣ ਲੱਗੇ ਧਨ ਦਾਰਾ ਸੰਪਤ ਗ੍ਰੇਹ, ਕੱਛ ਸੰਗ ਨਾ ਚਾਲੈ ਸਮਝ ਲੇਹ। ਇਹਦੇ ਵਿੱਚੋਂ ਨਾਲ ਕੁਝ ਨਹੀਂ ਹੋ ਜਾਣਾ। ਜੇ ਧਨ ਹੈ ਉਹ ਵੀ ਰਹਿ ਜਾਣਾ। ਸਿਕੰਦਰ ਕਹਿੰਦਾ ਮੇਰੇ ਹੱਥ ਤੇ ਪੈਰ ਨੰਗੇ ਕਰ ਦਿਓ ਮਰੇ ਹੋਏ ਦੇ, ਮੈਂ ਦੁਨੀਆ ਨੂੰ ਦੱਸ ਕੇ ਜਾਵਾਂ ਨਾਲ ਨਹੀਂ ਕੋਈ ਚੱਲਿਆ। ਦੂਜਾ ਬਚਨ ਆ ਗਿਆ ਦਾਰਾ। ਦਾਰਾ ਨਾਮ ਇਸਤਰੀ। ਜਦੋਂ ਬੰਦਾ ਮਰਦਾ ਉਹਦੇ ਨਾਲ ਜਨਾਨੀ ਨਾਲ ਨਹੀਂ ਜਾਂਦੀ ਹੈ। ਜੇ ਜਨਾਨੀ ਮਰ ਜਾਵੇ ਤੇ ਬੰਦਾ ਨਾਲ ਨਹੀਂ ਜਾਂਦਾ ਹੈ, ਦੋਨੇ ਹੀ ਇੱਕ ਦੂਜੇ ਦੇ ਨਾਲ ਨਹੀਂ ਜਾਂਦੇ। ਜਿਉਂਦਿਆਂ ਕਹਿੰਦਾ ਇਹ ਮੇਰੀ ਘਰ ਵਾਲੀ ਹੈ, ਘਰ ਵਾਲੀ ਆਖਦੀ ਹੈ ਮੇਰਾ ਘਰ ਵਾਲਾ ਹੈ। ਜਿਉਂਦਿਆਂ ਤੇ ਇਹ ਗੱਲ ਕਰਦੇ ਰਹਿ ਵੀ ਮੇਰਾ ਹੈ। ਪਰ ਜਦੋਂ ਦੋਨਾਂ ਵਿੱਚੋਂ ਇੱਕ ਤੁਰ ਗਿਆ ਨਾ, ਜੇ ਬੀਬੀ ਤੁਰੀ ਹੈ ਤੇ ਬੰਦਾ ਨਾਲ ਨਹੀਂ ਜਾਏਗਾ, ਉਦੋਂ ਨਹੀਂ ਕਹੇਗਾ ਵੀ ਇਹ ਮੇਰੀ ਘਰ ਵਾਲੀ ਹੈ, ਮੈਂ ਵੀ ਨਾਲ ਹੀ ਚਿਖਾਰੇ ਇਹਦੇ ਲੰਮੇ ਪੈ ਜਾਵਾਂ। ਤੇ ਨਾ ਹੀ ਉਦੋਂ ਬੀਬੀ ਕਹੇਗੀ ਵੀ ਇਹ ਮੇਰਾ ਘਰ ਵਾਲਾ, ਮੈਂ ਇਹਦੇ ਨਾਲ ਸੜ ਜਾਵਾਂ। ਨਹੀਂ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਘਰ ਵਾਲੀ ਇਸਤਰੀ ਜਾਂ ਬੰਦਾ, ਇਹ ਦੋਨੇ ਇੱਕ ਦੂਜੇ ਦੇ ਨਾਲ ਨਹੀਂ ਜਾਣਗੇ। ਇਹ ਸੰਸਾਰ ਹੈ। ਬਚਨ ਇਹ ਹੈ ਨਾ ਵੀ ਸੰਸਾਰ ਕੀ ਹੈ? ਸੰਸਾਰ ਇਹ ਹੈ ਜਿੰਨਾ ਚਿਰ ਤੇਰੇ ਕੋਲ ਉਮਰਾ ਹੈ, ਜਿੰਨਾ ਚਿਰ ਤੇਰੇ ਕੋਲ ਪਦਾਰਥ ਨੇ, ਉਨਾ ਚਿਰ ਤੇਰੇ ਨੇ। ਉਮਰਾ ਮੁੱਕ ਗਈ, ਸਾਰੇ ਤੇਰੇ ਆਪਣੇ ਦੂਰ ਹੋ ਜਾਣਗੇ। ਤੀਜਾ ਬਚਨ ਮਹਾਰਾਜ ਨੇ ਵਰਤਿਆ ਸੰਪਤ। ਸੰਪਤ ਨਾਮ ਜਿਵੇਂ ਹੁਣੇ ਆਪਾਂ ਸਰਵਣ ਕੀਤਾ, ਹਾਥੀ ਘੋੜੇ ਮੱਝਾਂ ਗਾਵਾਂ ਸੋਨਾ ਚਾਂਦੀ। ਤੇ ਗੁਰਮੁਖਾ ਇਹ ਵੀ ਉਹਨਾਂ ਚਿਰ ਤੇਰਾ ਅਧਿਕਾਰ ਜਿੰਨਾ ਚਿਰ ਤੂੰ ਜਿਉਂਦਾ ਹੈ। ਜਿੱਦਣ ਤੂੰ ਮਰ ਗਿਆ ਘੋੜੀਆਂ ਵੀ ਵੰਡੀਆਂ ਜਾਣਗੀਆਂ, ਮੱਝਾਂ ਵੀ ਵੰਡ ਲੀਆਂ ਜਾਣਗੀਆਂ, ਗਾਵਾਂ ਵੀ ਵੰਡ ਲੀਆਂ ਜਾਣਗੀਆਂ, ਕੱਟੇ ਬੱਚੇ ਵੀ ਵੰਡੇ ਜਾਣਗੇ, ਕੌਲੀ ਕੌਲੀ ਵੰਡੀ ਜਾਏਗੀ। ਬੇਬੇ ਦੇ ਗਹਿਣੇ ਨਹੁੰਆਂ ਦੇ ਵਿੱਚ ਵੰਡੇ ਜਾਣਗੇ, ਧੀਆਂ ਉਹਦੇ ਵਿੱਚੋਂ ਵੀ ਹਿੱਸਾ ਮੰਗਣਗੀਆਂ। ਮਹਾਰਾਜ ਕਹਿਣ ਲੱਗੇ ਇਹ ਹੈ ਦੁਨੀਆ, ਇਹ ਹੈ ਸੰਸਾਰ, ਵੰਡਿਆ ਜਾਏਗਾ। ਮਰਨ ਵਾਲੇ ਦਾ ਸੋਨਾ, ਮਰਨ ਵਾਲੇ ਦੀਆਂ ਸਾਂਭੀਆਂ ਹੋਈਆਂ ਸੰਦੂਖ ਦੇ ਵਿੱਚ ਪਈਆਂ ਵਸਤੂਆਂ
ਸਾਰੀ ਉਮਰ ਚਾਬੀ ਸੰਦੂਖ ਨੂੰ ਲਾ ਕੇ ਆਪਣੇ ਨਾਲ ਰੱਖ ਛੱਡੀ ਵੀ ਚਾਬੀ ਮੇਰੇ ਸੰਦੂਖ ਨੂੰ ਹੱਥ ਕੋਈ ਨਾ ਲਾਵੇ, ਮੇਰੇ ਟਰੰਕ ਨੂੰ ਹੱਥ ਕੋਈ ਨਾ ਲਾਵੇ। ਪਰ ਜਿੱਦਣ ਮਰ ਗਿਆ ਉਦੋਂ ਨੂੰ ਚਾਬੀ ਵੀ ਖੁੱਲ੍ਹ ਜਾਂਦੀ ਹੈ, ਉਹ ਟਰੰਕ ਵੀ ਖੁੱਲ੍ਹ ਜਾਂਦਾ, ਸੰਦੂਖ ਵੀ ਖੁੱਲ੍ਹ ਜਾਂਦਾ ਹੈ। ਸਾਰੀ ਉਮਰ ਆਪਣਾ ਬਣਾ ਕੇ ਰੱਖਿਆ ਪਰ ਖੁੱਲ੍ਹ ਕੇ ਬਾਅਦ ਵਿੱਚ ਉਹ ਵੰਡਿਆ ਗਿਆ। ਅਤੇ ਚੌਥਾ ਬਚਨ ਮਹਾਰਾਜ ਨੇ ਆਖਿਆ, ਗ੍ਰਹਿ ਨਾਮ ਘਰ ਦਾ। ਭਾਵੇਂ ਤੂੰ ਮਹਿਲ ਪਾਇਆ 1 ਮੰਜ਼ਲਾ 2 ਮੰਜ਼ਲਾ 4 ਮੰਜ਼ਲਾ, ਬੜੀ ਸੋਹਣੀ ਵੱਡੀ ਕੋਠੀ ਪਾਈ ਹੈ, ਮਹਿੰਗੇ ਬੈੱਡ ਉਹਦੇ ਵਿੱਚ ਲਾਏ ਨੇ, ਮਹਿੰਗੇ ਮਹਿੰਗੇ ਏਸੀ ਲੱਗੇ ਨੇ, ਪਰ ਜਿੱਦਣ ਸਰੀਰ ਵਿੱਚੋਂ ਜਾਨ ਨਿਕਲੀ ਨਾ, ਮਹਿੰਗੇ ਬੈੱਡ ਤੋਂ ਥੱਲੇ ਲਾ ਕੇ ਧਰਤੀ 'ਤੇ ਲੰਮੇ ਪਾਇਆ ਜਾਣਾ ਮੁਰਦਾ ਸਰੀਰ, ਅਤੇ ਫਿਰ ਉੱਥੇ ਕੋਈ ਏਸੀ ਦੀ ਹਵਾ ਨਹੀਂ ਦੇਵੇਗਾ, ਬਾਹਰ ਵਿਹੜੇ ਵਿੱਚ ਲਿਆ ਕੇ ਰੱਖਿਆ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧਨ ਦਾਰਾ ਸੰਪਤ ਗ੍ਰਹਿ, ਕਛ ਸੰਗ ਨਾ ਚਾਲੈ ਸਮਝ ਲੈ। ਕੁਝ ਨਹੀਂ ਨਾਲ ਜਾਣਾ ਬੰਦਿਆ, ਸਮਝ ਲੈ। ਇੱਕ ਭਗਤ ਨਰਾਇਣ ਹੋਏ ਸੰਗ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਸੀਂ ਤੇ ਆਖਦੇ ਕੁਝ ਨਾਲ ਨਹੀਂ ਜਾਣਾ, ਕੋਈ ਇਸ ਤਰ੍ਹਾਂ ਦੀ ਵਸਤੂ ਹੈ ਜਿਹੜੀ ਨਾਲ ਜਾਵੇਗੀ? ਮਹਾਰਾਜ ਕਹਿਣ ਲੱਗੇ, ਇੱਕ ਪ੍ਰਮਾਤਮਾ ਦੀ ਭਗਤੀ ਤੇਰੇ ਨਾਲ ਜਾਵੇਗੀ, ਰੱਬ ਦਾ ਜਪਿਆ ਨਾਮ ਤੇਰੇ ਨਾਲ ਜਾਵੇਗਾ। ਇੱਕ ਭਗਤ ਨਰਾਇਣ ਹੋਏ ਸੰਗ, ਨਰਾਇਣ ਦੀ ਭਗਤੀ ਤੇਰੇ ਸੰਗ ਹੋਵੇਗੀ, ਤੇਰੇ ਨਾਲ ਹੋਵੇਗੀ। ਕਹੋ ਨਾਨਕ ਭਜ ਤੇਹ ਏਕ ਰੰਗ। ਇੱਕ ਪ੍ਰੇਮ ਦੇ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰ ਜਿੰਨਾ ਕਰ ਸਕਦਾ। ਇਹ ਜਗ ਧੂਏ ਕਾ ਪਹਾੜ। ਬਚਨ ਇਹ ਸੀ ਵੀ ਸ਼ੁਭ ਵਿਚਾਰ ਕੀ ਹੁੰਦੀ ਹੈ? ਸ਼ੁਭ ਵਿਚਾਰ ਇਹ ਹੈ ਕਿ ਜਿਸ ਸੰਸਾਰ ਦੇ ਨਾਲ ਮੈਂ ਮੋਹ ਲਾਈ ਬੈਠਾ, ਇਹ ਸੰਸਾਰ ਕੀ ਹੈ? ਫਿਰ ਪਤਾ ਲੱਗਿਆ ਇਹ ਜਗ ਧੂਏ ਕਾ ਪਹਾੜ, ਇਹ ਦੁਨੀਆ 'ਤੇ ਕੁਝ ਵੀ ਨਹੀਂ, ਹਵਾ ਦਾ ਇੱਕ ਬਣਿਆ ਹੋਇਆ ਨਕਲੀ ਪਹਾੜ ਹੈ। ਹਵਾ ਦਾ ਬੁੱਲਾ ਆਵੇਗਾ, ਧੂਏ ਨੇ ਉੱਡ ਜਾਣਾ ਹੈ। ਇਹ ਪਦਾਰਥਾਂ ਦੇ ਬੁੱਲੇ ਆਉਣ ਦੇ ਨਾਲ ਇਹ ਰਿਸ਼ਤੇਦਾਰੀਆਂ, ਸਾਖ ਸੰਬੰਧੀ ਸਭ ਕੁਝ ਜਿਹੜਾ ਤੇਰਾ ਆਪਣਾ ਹੈ ਉਹ ਬਗਾਨਾ ਪਰਾਇਆ ਹੋ ਜਾਂਦਾ ਹੈ। ਹਰ ਦੂਜੜੀ ਲਾਭ, ਦੂਜੀ ਲਾਭ ਹੈ ਸ਼ੁਭ ਇੱਛਾ। ਸ਼ੁਭ ਇੱਛਾ ਇਹ ਹੈ, ਦੂਜੜੀ ਲਾਭ ਤੋਂ ਭਾਵ ਹੈ ਸ਼ੁਭ ਵਿਚਾਰ। ਸ਼ੁਭ ਵਿਚਾਰ ਇਹ ਹੈ ਕਿ ਮੈਂ ਪਰਮਾਤਮਾ ਨੂੰ ਮਿਲਣਾ ਕਿਵੇਂ ਹੈ, ਅਤੇ ਮੈਂ ਕੌਣ ਹਾਂ, ਅਤੇ ਦੁਨੀਆ ਕੀ ਹੈ, ਇਹਨੂੰ ਕਹਿੰਦੇ ਨੇ ਸ਼ੁਭ ਵਿਚਾਰ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਸ਼ੁਭ ਵਿਚਾਰ ਨੂੰ ਪ੍ਰਾਪਤ ਕੀਤਾ ਹੈ, ਪੁਰਖ ਮਿਲਾਇਆ, ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ। ਨਿਰਭਉ ਭੈ ਮਨ ਹੋਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਭੈ ਹੈ ਨਾ ਪਰਮਾਤਮਾ ਦਾ, ਉਹ ਤੇਰੇ ਮਨ ਵਿੱਚ ਹੋਣਾ ਚਾਹੀਦਾ। ਰੱਬ ਦਾ ਡਰ, ਰੱਬ ਦਾ ਡਰ ਮਨ ਵਿੱਚ ਰੱਖ ਕੇ ਨਿਰਭਉ ਮਨ ਹੋਏ। ਆਪਣੇ ਮਨ ਨੂੰ ਦੁਨੀਆ ਵੱਲੋਂ ਨਿਰਭਉ ਕਰ ਲਾ, ਦੁਨੀਆ ਦਾ ਡਰ ਨਾ ਮੰਨਿਆ ਕਰ। ਪਰ ਗੁਰਮੁਖੋ ਆਪਾਂ ਉਲਟ ਚੱਲਦੇ ਹਾਂ, ਅਸੀਂ ਰੱਬ ਦਾ ਡਰ ਨਹੀਂ ਮੰਨਦੇ ਹਾਂ, ਦੁਨੀਆ ਦਾ ਮੰਨਦੇ ਹਾਂ। ਜੇ ਰੱਬ ਦਾ ਡਰ ਮੰਨੀਏ ਤੇ ਮਾੜਾ ਕੰਮ ਕਿਉਂ ਕਰੀਏ? ਪਰ ਰੱਬ ਦੇ ਨੇੜੇ ਰਹਿਣ ਵਾਲੇ ਵੀ ਰੱਬ ਤੋਂ ਨਹੀਂ ਡਰਦੇ, ਜਿਹੜੇ ਕੋਲ ਰਹਿੰਦੇ ਨਾ ਉਹ ਵੀ ਨਹੀਂ ਡਰਦੇ। ਬਚਨ ਤੇ ਇਹ ਹੈ ਵੀ ਡਰ ਰੱਬ ਦਾ ਰੱਖਣਾ ਸੀ, ਦੁਨੀਆ ਦਾ ਨਹੀਂ। ਪਰ ਇਹਨੇ ਰੱਬ ਦਾ ਡਰ ਨਹੀਂ ਰੱਖਿਆ, ਦੁਨੀਆ ਦਾ ਰੱਖਿਆ। ਫਲਾਣਾ ਵੇਖੇਗਾ ਤੇ ਕੀ ਕਵੇਗਾ? ਜਿਹੜਾ ਫਲਾਣਾ ਸ਼ਬਦ ਹੈ, ਦੂਜੇ ਦਾ ਨਾਮ, ਵੀ ਦੂਜਾ ਵੇਖੇਗਾ ਤੇ ਕੀ ਕਵੇਗਾ, ਉਹ ਡਰ ਹੈ। ਦੁਨੀਆ ਵੇਖੇਗੀ ਤੇ ਕੀ ਆਖੇਗੀ। ਪਰ ਜਿਹੜਾ ਸਦਾ ਵੇਖਦਾ ਪਿਆ, ਉਹਦਾ ਕੋਈ ਡਰ ਨਹੀਂ, ਉਹਦੇ ਸਾਹਮਣੇ ਜੋ ਮਰਜ਼ੀ ਕਰੀ ਚੱਲ। ਮਹਾਰਾਜ ਕਹਿਣ ਲੱਗੇ, ਨਿਰਭਉ ਭੈ ਮਨ ਹੋਏ। ਚਾਹੀਦਾ ਸੀ ਰੱਬ ਦਾ ਭੈ ਹੋਵੇ ਤੇਰੇ ਮਨ ਵਿੱਚ, ਦੁਨੀਆ ਵੱਲੋਂ ਨਿਰਭਉ ਹੋ ਜਾਵੇਂ, ਦੁਨੀਆ ਵੱਲੋਂ ਡਰ ਤੋਂ ਰਹਿਤ ਹੋ ਜਾਣਾ ਕਰ। ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਹ ਜਿਹੜੀ ਹਉਮੈ ਦੀ ਮੈਲ ਹੈ ਨਾ, ਹੰਕਾਰ ਦੀ ਮੈਲ, ਇਹਨੂੰ ਗਵਾ ਦੇ, ਧੋ ਦੇਣਾ ਕਰ। ਹਉਮੈ ਦੀ ਮੈਲ ਜਿਹੜੀ ਹੈ, ਇਸ ਨੂੰ ਧੋ ਕੇ ਪਰੇ ਕਰ ਦੇ, ਦੂਰ ਕਰ ਦੇ। ਹਉਮੈ ਦੀ ਮੈਲ ਜਿਹੜੀ ਹੈ, ਉਸ ਨੂੰ ਪਰਮਾਤਮਾ ਦੇ ਭੈ ਦੇ ਵਿੱਚ ਧੋਣਾ ਹੈ। ਜਿਹੜਾ ਰੱਬ ਦਾ ਡਰ ਰੱਖਣਾ ਹੈ ਨਾ, ਇਹੋ ਹੀ ਹਉਮੈ ਦਾ ਧੋਣਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਹੈ, ਨਿਰਮਲ ਭਉ ਪਾਇਆ, ਜਿਨ੍ਹਾਂ ਨੇ ਭਉ ਦੇ ਸਹਿਤ ਹੋ ਕੇ ਮੈਲ ਤੋਂ ਰਹਿਤ ਪਰਮਾਤਮਾ ਨੂੰ ਪਾਇਆ। ਨਿਰਮਲ, ਪਰਮਾਤਮਾ ਵਿੱਚ ਮੈਲ ਕੋਈ ਨਹੀਂ, ਪਰਮਾਤਮਾ ਬਿਨਾਂ ਮੈਲ ਤੋਂ ਹੈ। ਜਿਨ੍ਹਾਂ ਨੇ ਰੱਬ ਦਾ ਡਰ ਰੱਖ ਕੇ ਉਸ ਨਿਰਮਲ ਪਰਮਾਤਮਾ ਨੂੰ ਪਾਇਆ ਹੈ,
ਕੱਲਾ ਪਾਇਆ ਹੀ ਨਹੀਂ, ਹਰ ਗੁਣ ਗਾਇਆ, ਨਾਲ ਉਹਨਾਂ ਨੇ ਗੁਣ ਵੀ ਗਾਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਪ੍ਰਮਾਤਮਾ ਦੇ ਗੁਣ ਨੇ। ਇਹ ਜਿਹੜਾ ਨਾਮ ਜਪਣਾ ਨਾ, ਇਹ ਨਾਮ ਜਪਣਾ ਹੀ ਪ੍ਰਮਾਤਮਾ ਦੇ ਗੁਣ ਨੇ। ਜਿਨ੍ਹਾਂ ਨੇ ਵਾਹਿਗੁਰੂ ਜਪਿਆ ਹੈ, ਮਹਾਰਾਜ ਕਹਿਣ ਲੱਗੇ ਵੇਖਿਆ ਰਾਮ ਹਦੂਰੇ, ਉਹਨਾਂ ਨੇ ਰੱਬ ਨੂੰ ਹਾਜ਼ਰ ਨਾਜ਼ਰ ਵੇਖ ਲਿਆ ਹੈ। ਪਰ ਵੇਖਿਆ ਕਿਹਨੇ ਹੈ? ਜਿਹਨੇ ਹਰ ਗੁਣ ਗਾਇਆ, ਜਿਹਨੇ ਹਰੀ ਦੇ ਗੁਣ ਗਾਏ, ਵੇਖਿਆ ਉਹਨੇ ਹੈ, ਦੂਜੇ ਨੇ ਨਹੀਂ ਵੇਖਿਆ ਹੈ। ਪਾਤਸ਼ਾਹ ਫਰਮਾਉਂਦੇ ਨਿਰਮਲ ਭਉ ਪਾਇਆ, ਜਿਨ੍ਹਾਂ ਨੇ ਰੱਬ ਦਾ ਡਰ ਪਾਇਆ ਉਹ ਨਿਰਮਲ ਹੋ ਗਏ, ਮੈਲ ਤੋਂ ਰਹਿਤ ਹੋ ਗਏ। ਉਹਨਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਰਾਮ ਨੂੰ ਸਾਰਿਆਂ ਥਾਵਾਂ ਤੇ ਵੇਖ ਲਿਆ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ। ਮਹਾਰਾਜ ਕਹਿਣ ਲੱਗੇ ਉਹ ਜਿਹੜਾ ਹਰੀ ਪਰਮਾਤਮਾ ਹੈ, ਆਤਮ ਕਹੀਏ ਆਪਣੇ ਆਪ ਤੋਂ, ਆਪਣੇ ਆਪ ਤੋਂ ਉਹਨੇ ਸੰਸਾਰ ਦਾ ਪਸਾਰਾ ਬਣਾਇਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਪਰਮਾਤਮਾ ਨੇ ਇੱਕ ਵਾਰੀ ਆਖਿਆ ਆਪਣੇ ਮੁਖੋਂ ਓੰਕਾਰ। ਜਦੋਂ ਇਹ ਬਚਨ ਨਿਕਲਿਆ, ਕੀਤਾ ਪਸਾਓ, ਦੁਨੀਆ ਦਾ ਪਸਾਰਾ, ਦੁਨੀਆ ਬਣ ਗਈ। ਪਰ ਬਣੀ ਕਿਵੇਂ ਹੈ? ਏਕੋ ਅਕਵਾਓ, ਇੱਕੋ ਬਚਨ ਕਹਿਣ ਦੇ ਨਾਲ। ਉਹ ਇੱਕੋ ਬਚਨ ਉਹ ਹੈ ਓੰਕਾਰ ਸੇ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਪਰਮਾਤਮਾ ਨੂੰ ਇੱਕੋ ਗੱਲ ਹੀ ਕਹਿਣੀ ਪਈ, ਉਹ ਗੱਲ ਹੈ ਓੰਕਾਰ। ਤੇ ਗੁਰੂ ਕਿਹਾ ਸਿੱਖਾ ਜਿਸ ਓੰਕਾਰ ਤੋਂ ਦੁਨੀਆ ਬਣੀ ਹੈ, ਦੁਨੀਆ ਦੇ ਪਦਾਰਥ ਬਣੇ, ਵਸਤੂਆਂ ਬਣੀਆਂ, ਤੇਰੇ ਗੁਰੂ ਨੇ ਤੈਨੂੰ ਵੀ ਉਹ ਇੱਕ ਓੰਕਾਰ ਕਹਿਣ ਵਾਸਤੇ ਆਖਿਆ ਹੈ। ਜਦੋਂ ਅਸੀਂ ਆਖਦੇ ਨਾ ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਤੈਨੂੰ ਇੱਕ ਓੰਕਾਰ ਤੇ ਕਹਿਣਾ ਆਉਂਦਾ ਨਾ, ਕੱਲਾ ਇੰਨਾ ਹੀ ਕਹਿ ਦਿਆ ਕਰ, ਇੱਕ ਓੰਕਾਰ, ਇੱਕ ਓੰਕਾਰ। ਇਹ ਉਹ ਸ਼ਬਦ ਹੈ ਜਿਹਦੇ ਤੋਂ ਦੁਨੀਆ ਬਣੀ ਹੈ। ਕੱਲਾ ਇਹ ਹੀ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਉਹ ਜਿਹੜਾ ਪਰਮਾਤਮਾ ਹੈ, ਉਹਨੇ ਆਪਣੇ ਆਪ ਤੋਂ ਦੁਨੀਆ ਦਾ ਪਸਾਰਾ ਪਸਾਰਿਆ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ। ਉਹ ਸੁਆਮੀ ਮਾਲਕ ਨੇ ਇਹ ਦੁਨੀਆ ਸਾਰੀ ਆਪਣੇ ਆਪ ਤੋਂ ਬਣਾਈ ਹੈ। ਬਣਾਈ ਕਿਵੇਂ ਹੈ? ਓੰਕਾਰ ਕਹਿ ਕੇ। ਇਸ ਤੋਂ ਇਹ ਦੁਨੀਆ ਬਣੀ ਹੈ। ਸਰਬ ਰਹਿਆ ਭਰਪੂਰੇ। ਪਰਮਾਤਮਾ ਫਿਰ ਸਾਰਿਆਂ ਦੇ ਵਿੱਚ ਭਰਪੂਰ ਹੋ ਰਿਹਾ। ਗੁਰਮੁਖੋ ਘੁਮਿਆਰ ਨੇ ਘੜਾ ਬਣਾਇਆ ਹੈ, ਪਰ ਘੁਮਿਆਰ ਨੇ ਘੜਾ ਉਹਨਾਂ ਚਿਰ ਹੀ ਸਾਂਭ ਕੇ ਰੱਖਿਆ ਜਿੰਨਾ ਚਿਰ ਉਹਦੇ ਘਰ ਦੇ ਵਿੱਚ ਪਿਆ ਹੋਇਆ। ਜਦੋਂ ਉਹਨੇ ਵੇਚ ਦਿੱਤਾ, ਹੁਣ ਘੁਮਿਆਰ ਨੂੰ ਕੋਈ ਮਤਲਬ ਨਹੀਂ ਵੀ ਉਹਦੇ ਵਿੱਚ ਕੋਈ ਠੰਡਾ ਪਾਣੀ ਪਾਵੇ, ਕੋਈ ਤੱਤਾ ਪਾਵੇ, ਉਹਨੂੰ ਕੋਈ ਤੋੜੇ, ਉਹਨੂੰ ਕੋਈ ਕੁੱਟੇ, ਉਹਨੂੰ ਕੋਈ ਮਾਰੇ। ਘੁਮਿਆਰ ਕਿਹੜਾ ਵੇਖਦਾ ਪਿਆ ਹੈ? ਇਹ ਦੁਨੀਆ ਦੇ ਬਣਾਉਣ ਵਾਲੇ ਦੀ ਗੱਲ ਹੈ। ਪਰ ਪਰਮਾਤਮਾ ਨੇ ਸੰਸਾਰ ਬਣਾਇਆ। ਇਹ ਸਾਡੇ ਸਰੀਰਾਂ ਰੂਪੀ ਭਾਂਡੇ ਪਰਮਾਤਮਾ ਨੇ ਬਣਾਏ। ਕੱਲਾ ਬਣਾਇਆ ਹੀ ਨਹੀਂ, ਬਣਾਉਣ ਤੋਂ ਮਗਰੋਂ ਵੀ ਉਹ ਵੇਖਦਾ ਹੈ ਇਹਨੂੰ ਦੁੱਖ ਹੈ ਕਿ ਇਹਨੂੰ ਸੁੱਖ ਹੈ, ਇਹਨੂੰ ਕੋਈ ਮਾਰਦਾ ਪਿਆ ਹੈ ਕਿ ਇਹ ਕਿਸੇ ਨੂੰ ਮਾਰਦਾ ਪਿਆ, ਇਹਨੂੰ ਕੁਝ ਖਾਣ ਨੂੰ ਮਿਲਿਆ ਕਿ ਭੁੱਖਾ ਬੈਠਾ ਹੈ। ਪਰਮਾਤਮਾ ਇਹੋ ਜਿਹਾ ਕਾਰੀਗਰ ਹੈ, ਜਿੱਥੇ ਸਰੀਰ ਬਣਾਉਂਦਾ ਉੱਥੇ ਉਹ ਸਰੀਰਾਂ ਦਾ ਧਿਆਨ ਵੀ ਰੱਖਦਾ ਹੈ, ਉਹਨਾਂ ਦੀ ਪਾਲਣਾ ਵੀ ਕਰਦਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਸਾਰਿਆਂ ਸਰੀਰਾਂ ਵਿੱਚ ਉਹ ਆਪ ਪਰਿਪੂਰਨ ਆ ਕੇ ਬੈਠਾ ਹੈ। ਕਾਹਦੇ ਵਾਸਤੇ ਬੈਠਾ ਹੈ? ਇਸ ਵਾਸਤੇ ਵੀ ਜਿਹੜੇ ਭਾਂਡੇ ਮੈਂ ਬਣਾਏ ਨੇ, ਸਰੀਰ ਬਣਾਏ ਨੇ, ਦੁਖੀ ਨੇ ਕਿ ਸੁਖੀ ਨੇ, ਭੁੱਖੇ ਨੇ ਕਿ ਰੱਜੇ ਨੇ, ਉਹ ਸਾਰਿਆਂ ਨੂੰ ਆਪ ਦੇਖਦਾ ਪਿਆ ਹੈ। ਅੰਤਰ ਬਾਹਰ ਹਰ ਪ੍ਰਭ ਏਕੋ। ਉਹ ਪਰਮਾਤਮਾ ਤੇਰੇ ਸਰੀਰ ਦੇ ਅੰਦਰ ਵੀ ਹੈ। ਜਿਨੇ ਆਪਣੇ ਸਰੀਰ ਨੇ, ਆਪਣੇ ਸਾਰਿਆਂ ਦੇ ਅੰਦਰ ਉਹ ਬੈਠਾ ਹੈ, ਆਤਮਾ ਰੂਪ ਹੋ ਕੇ, ਜੋਤ ਰੂਪ ਹੋ ਕੇ। ਅੰਤਰ ਬਾਹਰ, ਤੇਰੇ ਅੰਦਰ ਵੀ ਉਹ ਹੈ, ਤੇਰੇ ਬਾਹਰ ਵੀ ਉਹ ਹੈ। ਅੰਤਰ ਬਾਹਰ, ਇਹ ਸੰਸਾਰ ਦੇ ਅੰਦਰ ਵੀ ਉਹ ਹੈ। ਬ੍ਰਹਿਮੰਡ ਦੇ ਕਣ ਕਣ ਦੇ ਵਿੱਚ ਉਹ ਵਸਿਆ ਹੋਇਆ। ਕੋਈ ਮਿੱਟੀ ਦਾ ਇਹੋ ਜਿਹਾ ਕਿਣਕਾ ਨਹੀਂ ਜਿਹਦੇ ਵਿੱਚ ਉਹ ਪਰਮਾਤਮਾ ਦੀ ਹੋਂਦ ਨਹੀਂ ਹੈ। ਕੋਈ ਰੇਤ ਦਾ ਕਣ ਨਹੀਂ ਜਿਹਦੇ ਵਿੱਚ ਉਹ ਨਹੀਂ ਵਸਿਆ। ਕੋਈ ਹਵਾ ਦਾ ਇਹੋ ਜਿਹਾ ਬੁੱਲਾ ਨਹੀਂ, ਕੋਈ ਪਾਣੀ ਦੀ ਇਹੋ ਜਿਹੀ ਬੂੰਦ ਨਹੀਂ ਜਿਹਦੇ ਵਿੱਚ ਉਹਦੀ ਚੇਤਨ ਸਤਾ ਕੰਮ ਨਹੀਂ ਕਰਦੀ। ਅੰਤਰ ਤੇ ਬਾਹਰ, ਅੰਤਰ ਬਾਹਰ ਹਰ ਪ੍ਰਭ ਏਕੋ। ਇਸ ਬ੍ਰਹਿਮੰਡ ਦੇ ਵਿੱਚ ਵੀ ਹੈ, ਬ੍ਰਹਿਮੰਡ ਤੋਂ ਬਾਹਰ ਵੀ ਹੈ।
ਉਹ ਇੱਕ ਪਰਮਾਤਮਾ ਐਸਾ ਹੈ। ਮਿਲ ਹਰ ਜਨ ਮੰਗਲ ਇਸ ਗਾਏ। ਕਰਕੇ ਹਰੀ ਜਨਾਂ ਦੇ ਨਾਲ ਮਿਲ ਕੇ, ਰੱਬ ਦੇ ਸਾਧੂਆਂ ਦੇ ਨਾਲ ਮਿਲ ਕੇ ਉਹਦੇ ਮੰਗਲ ਗਾਇਆ ਕਰ। ਮੰਗਲ ਕੀ ਹੈ? ਉਹਦੇ ਸ਼ਬਦ ਗਾਇਆ ਕਰ, ਉਹਦੇ ਨਾਮ ਨੂੰ ਜਪਿਆ ਕਰ ਸੰਗਤ ਵਿੱਚ ਮਿਲ ਕੇ। ਇਹ ਜਿਹੜੀ ਸੰਗਤ ਹੈ ਨਾ, ਇਹਨੂੰ ਕਹਿੰਦੇ ਮਿਲ ਹਰ ਜਨ ਮੰਗਲ ਗਾਏ। ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਉਸਤਤੀ ਦੇ ਬਚਨ ਨੂੰ ਗਾਉਣਾ ਕਰ, ਗਾਇਆ ਕਰ, ਫਿਰ ਤੇਰੇ ਤੇ ਕਿਰਪਾ ਹੁੰਦੀ ਹੈ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਮਹਾਰਾਜ ਬਖਸ਼ਿਸ਼ ਕਰਦੇ। ਦੂਜੀ ਲਾਭ ਕੀ ਹੈ ਸਾਡੀ ਜ਼ਿੰਦਗੀ ਦੀ? ਦੂਜੀ ਲਾਭ ਇਹ ਹੈ ਸ਼ੁਭ ਵਿਚਾਰ। ਜਿੰਨਾ ਚਿਰ ਤੇਰੀ ਵਿਚਾਰ ਸ਼ੁਭ ਨਹੀਂ ਹੁੰਦੀ, ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਲੜਕੀ ਦੇ 4 ਫੇਰੇ ਹੁੰਦੇ ਲੜਕੇ ਦੇ ਨਾਲ, ਤੇ ਉਹ ਲੜਕੀ ਪਤੀ ਦੀ ਪ੍ਰਾਪਤੀ ਵਾਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਆਪਾਂ ਜੀਵ ਹਾਂ, ਆਪਣੀ ਪ੍ਰਾਪਤੀ ਪ੍ਰਮਾਤਮਾ ਹੈ, ਤੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਇਹ ਦੂਜੀ ਲਾਭ ਇਹ ਹੈ ਜਿਹੜੀ ਸ਼ੁਭ ਵਿਚਾਰ ਹੋਣੀ। ਤੇਰੇ ਵਿਚਾਰ ਚੰਗੇ ਹੋ ਜਾਣ। ਵਿਚਾਰ ਚੰਗਾ ਕੀ ਹੈ? ਮੈਂ ਕੌਣ ਹਾਂ? ਪਹਿਲਾਂ ਇਹ ਪੁੱਛ ਆਪਣੇ ਆਪ ਨੂੰ ਵੀ ਮੈਂ ਕੌਣ ਹਾਂ। ਜੇ ਤੂੰ ਆਖੇ ਨਾ ਵੀ ਮੈਂ ਫਲਾਣਾ, ਆਪਣਾ ਨਾਮ ਦੱਸੇਗਾ, ਨਾਮ ਤੇ ਤੇਰੇ ਸਰੀਰ ਦਾ ਹੈ, ਉਹ ਵੀ ਤੂੰ ਨਹੀਂ ਰੱਖਿਆ, ਕਿਸੇ ਹੋਰ ਨੇ ਰੱਖਿਆ। ਜਿਹੜਾ ਸਾਡਾ ਨਾਮ ਅਸੀਂ ਥੋੜ੍ਹੀ ਰੱਖਿਆ ਹੋਇਆ, ਸਾਡੇ ਮਾਂ-ਬਾਪ ਨੇ ਰੱਖਿਆ ਹੋਵੇਗਾ, ਦਾਦੇ ਨੇ ਰੱਖਿਆ, ਨਾਨਕਿਆਂ ਨੇ ਰੱਖਿਆ, ਹੋ ਸਕਦਾ ਭੂਆ ਨੇ ਰੱਖਿਆ, ਮਾਮੇ ਨੇ ਰੱਖਿਆ। ਜੇ ਤੂੰ ਆਖੇ ਨਾ ਵੀ ਮੈਂ ਫਲਾਣਾ ਸਿੰਘ ਹਾਂ, ਫਲਾਣਾ ਸਿੰਘ ਤੇ ਤੂੰ ਹੈ, ਪਰ ਉਹ ਤੇ ਤੇਰੇ ਸਰੀਰ ਦਾ ਨਾਮ ਹੈ, ਉਹ ਵੀ ਤੂੰ ਨਹੀਂ ਰੱਖਿਆ, ਕਿਸੇ ਹੋਰ ਨੇ ਰੱਖਿਆ। ਜੇ ਤੂੰ ਕਵੇਂ ਵੀ ਮੇਰੀ ਇਹ ਗੋਤ ਹੈ, ਮੇਰੀ ਇਹ ਜਾਤ ਹੈ, ਜਾਤ ਗੋਤ ਵੀ ਤੇ ਤਾਂ ਹੀ ਮਿਲੀ ਹੈ। ਤੂੰ ਜਾਤ ਗੋਤ ਵਾਲਿਆਂ ਦੇ ਘਰ ਵਿੱਚ ਆ ਕੇ ਜਨਮ ਲਿਆ ਹੈ, ਜਿਹੋ ਜੀ ਬਾਪ ਦੀ ਜਾਤ ਉਹ ਤੇਰੀ ਬਣ ਗਈ, ਪਰ ਜਾਤ ਇਹ ਸਰੀਰ ਦੀ ਹੈ, ਗੋਤ ਵੀ ਸਰੀਰ ਦੀ ਹੈ। ਮਹਾਰਾਜ ਕਹਿਣ ਲੱਗੇ ਜਾਤ, ਗੋਤ, ਨਾਮ ਤੇ ਧਰਮ। ਧਰਮ ਵੀ ਤੈਨੂੰ ਉਹ ਮਿਲਿਆ ਜੋ ਮਾਂ ਬਾਪ ਦਾ ਧਰਮ ਹੈ। ਇਹ ਸਭ ਕੁਝ ਸਰੀਰ ਨੂੰ ਮਿਲਿਆ ਹੈ, ਪਰ ਵਿਚਾਰ ਇਹ ਹੈ ਵੀ ਤੂੰ ਕੌਣ ਹੈ। ਸਰੀਰ ਦੀ ਗੱਲ ਛੱਡ, ਜੋ ਸਰੀਰ ਦੇ ਵਿੱਚ ਬੈਠਾ ਉਹ ਦੱਸ ਵੀ ਉਹ ਕੌਣ ਹੈ। ਉਹਦੀ ਪ੍ਰਾਪਤੀ ਤਾਂ ਹੋਵੇਗੀ, ਉਹ ਪਤਾ ਤਾਂ ਲੱਗੇਗਾ ਸ਼ੁਭ ਵਿਚਾਰ ਜਦੋਂ ਤੇਰਾ ਹੋਵੇਗਾ, ਜਦੋਂ ਤੈਨੂੰ ਇਹ ਪਤਾ ਲੱਗ ਗਿਆ ਵੀ ਮੈਂ ਮੈਲੇ ਪਾਣੀ ਤੋਂ ਤੇ ਖੂਨ ਦੀਆਂ ਬੂੰਦਾਂ ਤੋਂ ਬਣਿਆ ਹਾਂ, ਮੈਂ ਇਹ ਹਾਂ, ਅਸਲੀਅਤ ਮੇਰੀ ਇਹ ਹੈ। ਤੇ ਜਿਸ ਦੁਨੀਆ ਦੇ ਵਿੱਚ ਮੈਂ ਆਇਆ ਹਾਂ, ਉਸ ਦੁਨੀਆ ਦੀ ਅਸਲੀਅਤ ਇਹ ਹੈ ਕਿ ਇਹ ਦੁਨੀਆ ਇੱਕ ਧੂਏ ਦਾ ਪਹਾੜ ਹੈ। ਜਿਵੇਂ ਹਵਾ ਆਉਣ ਦੇ ਨਾਲ ਧੂਆਂ ਉੱਡ ਜਾਏਗਾ, ਇਹ ਪਦਾਰਥਾਂ ਦੀ ਹਵਾ ਚੱਲਣ ਦੇ ਨਾਲ ਸੰਸਾਰ ਬਦਲ ਜਾਂਦਾ ਹੈ, ਦੂਰ ਹੋ ਜਾਂਦਾ, ਨੇੜੇ ਹੋ ਜਾਂਦਾ ਹੈ। ਇਹ ਹੈ ਸ਼ੁਭ ਵਿਚਾਰ। ਮਹਾਰਾਜ ਕਹਿਣ ਲੱਗੇ ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਦੂਜੀ ਲਾਭ ਇਹ ਹੈ ਜਿਹੜੀ ਸ਼ੁਭ ਵਿਚਾਰ ਰੱਖਣੀ ਹੈ। ਜਿਨ੍ਹਾਂ ਨੇ ਸ਼ੁਭ ਵਿਚਾਰ ਬਣਾਈ ਹੈ, ਅਨਹਦ, ਅਨਹਦ ਕਹੀਏ ਇੱਕ ਰਸ, ਇੱਕ ਰਸ ਨਾਮ ਦੇ ਵਾਜੇ ਜਿਹੜੇ ਨੇ ਉਹਨਾਂ ਦੇ ਅੰਦਰ ਵੱਜਣ ਲੱਗ ਪਏ। ਸ਼ਬਦ ਨਾਮ, ਨਾਮ ਦਾ ਹੈ, ਅਨਹਦ ਨਾਮ ਇੱਕ ਰਸ ਦਾ, ਲਗਾਤਾਰ, ਜਿਹਦੇ ਵਿੱਚ ਰੁਕਾਵਟ ਨਾ ਹੋਵੇ, ਉਹਨੂੰ ਕਹਿੰਦੇ ਲਗਾਤਾਰ। ਲਗਾਤਾਰ ਉਹਨਾਂ ਦੇ ਅੰਦਰ ਨਾਮ ਦੇ ਵਾਜੇ ਵੱਜਣ ਲੱਗ ਪੈਂਦੇ, ਜਿਨ੍ਹਾਂ ਦੇ ਅੰਦਰ ਸ਼ੁਭ ਵਿਚਾਰ ਪੈਦਾ ਹੁੰਦੀ ਹੈ। ਜਿਹੜੇ ਸ਼ੁਭ ਵਿਚਾਰ ਨੂੰ ਕਰਕੇ ਰੱਬ ਦਾ ਨਾਮ ਜਪਣ ਲੱਗ ਪੈਂਦੇ, ਉਹਨਾਂ ਦੇ ਅੰਦਰ ਨਾਮ ਦੇ ਵਾਜੇ ਵੱਜਦੇ। ਇਹ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਦੂਜੀ ਲਾਮ ਬਖਸ਼ਿਸ਼ ਕੀਤੀ ਹੈ। ਅਗਲੀਆਂ 2 ਲਾਵਾਂ ਦੀ ਵਿਚਾਰ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਏ, ਅਨਹਦ ਸ਼ਬਦ ਵਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।